ਹੁਣੇ ਹੁਣੇ ਜ਼ਮਾਨਤ ਹੋਈ ਆ, ਉਹ ਬਹੁਤ ਜਲਦੀ ਜੇਲ੍ਹ ਤੋਂ ਬਾਹਰ ਆ ਰਿਹਾ ਹੈ। ਉੱਥੇ ਮੈਂ ਸਾਰੇ ਸਾਡੇ ਵਕੀਲ ਸਾਹਿਬਾਨਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ, ਕਿਉਂਕਿ ਅਸੀਂ ਦੱਸ ਨਹੀਂ ਰਹੇ ਸੀ ਕਿਸੇ ਨੂੰ। ਉਹਦੀ ਬੇਲ ਰਿਜੈਕਟ ਹੋਈ ਪਹਿਲਾਂ। ਅਸੀਂ ਇਹ ਜਾਣਕਾਰੀ ਨਹੀਂ ਆਉਣ ਦਿੱਤੀ ਕਿਉਂਕਿ ਸਾਰੇ ਡਿਮੋਰਲਾਈਜ਼ ਹੋ ਜਾਣੇ ਸੀ, ਮਨੋਬਲ ਟੁੱਟ ਜਾਂਦਾ ਹੈ। ਪਰ ਅਸੀਂ ਸੈਚਰਡੇ ਨੂੰ ਰਿਜੈਕਟ ਹੋਈ, ਮੰਡੇ ਨੂੰ ਕੱਲ ਹੀ ਦੁਬਾਰਾ ਲਾ ਕੇ ਔਰ ਅੱਜ ਹੀਅਰਿੰਗ ਕਰਾਈ ਔਰ ਗੁਰੂ ਸਾਹਿਬ ਦੀ ਕਿਰਪਾ ਹੋਈ। ਬੜੀ ਚੜ੍ਹਦੀ ਕਲਾ 'ਚ ਆ ਔਰ ਥੋੜੀ ਦੇਰ ਬਾਅਦ ਅਸੀਂ ਨੂੰ ਜੇਲ੍ਹ ਤੋਂ ਲੈਣ ਜਾਵਾਂਗੇ। ਸੋ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ। ਸਾਰਿਆਂ ਨੇ ਜਿਸ ਤਰੀਕੇ ਇੰਨੀ ਵੱਡੀ ਮੁਸ਼ੱਕਤ ਕਰਕੇ ਇਸ ਲੜਾਈ ਨੂੰ ਲੜਿਆ, ਵੀਰੋ ਅਸੀਂ ਤੁਹਾਨੂੰ ਵਿਸ਼ਵਾਸਨ ਦਵਾਇਆ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੋਈ ਹੈ। ਗੁਰੂ ਸਾਹਿਬ ਨੇ ਇੰਨੀ ਰਹਿਮਤ ਬਖਸ਼ਿਸ਼ ਕੀਤੀ ਆ। ਜਿੱਥੇ ਸਾਡਾ ਵੀਰ ਅੱਜ ਜੇਲ੍ਹ ਤੋਂ ਰਿਹਾ ਹੋ ਰਿਹਾ ਹੈ, ਉੱਥੇ ਅਸੀਂ ਇਹ ਵੀ ਇੰਸ਼ੋਰ ਕਰਾਂਗੇ ਕਿ ਉਸ ਦੇ ਜਿਨ੍ਹਾਂ ਨੇ ਉੱਤੇ ਤਸ਼ੱਦਦ ਕੀਤੀ ਸੀ ਉਹਨਾਂ ਤੇ ਮੁਕੱਦਮਾ ਦਰਜ ਕਰਾ ਕੇ ਉਹਨਾਂ ਨੂੰ ਹੁਣ ਜੇਲ੍ਹਾਂ 'ਚ ਭੇਜਿਆ ਜਾਵੇ। ਹੁਣ ਵਾਰੀ ਉਹਨਾਂ ਦੀ ਸ਼ੁਰੂ ਹੋ ਗਈ ਆ ਜਿਨ੍ਹਾਂ ਨੇ ਸਾਡੇ ਵੀਰ ਦੇ ਉੱਤੇ ਹੱਥ ਚੁੱਕਿਆ ਸੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਇਸ ਵੇਲੇ ਦੇ ਕੁਝ ਵੱਡੇ ਕੁਝ ਖਾਸ ਅਪਡੇਟ ਲੈ ਕੇ। ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ ਦੋਸਤੋ, ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਜਿੱਥੇ ਤੁਹਾਡੇ ਲਈ ਕੁਝ ਵੱਡੇ ਕੁਝ ਖਾਸ ਅਪਡੇਟ ਵੀ ਨੇ, ਉੱਥੇ ਇੱਕ ਵੱਡੀ ਖੁਸ਼ਖਬਰੀ ਵੀ ਹੈ। ਇਸ ਲਈ ਸਾਰੇ ਦੋਸਤ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਈ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਦੀ ਲੜੀ ਨੂੰ। ਦੋਸਤੋ 26 ਜਨਵਰੀ ਦੀ ਘਟਨਾ ਤੋਂ ਬਾਅਦ ਸਾਰਿਆਂ ਨੂੰ ਯਾਦ ਹੀ ਹੋਵੇਗਾ 27 ਜਨਵਰੀ ਨੂੰ ਦਿੱਲੀ ਦੇ ਸਾਰੇ ਬਾਰਡਰਾਂ ਤੇ ਕੀ ਕੁਝ ਹੋਇਆ, ਜਦੋਂ ਕੁਝ ਪਹਾੜੇ ਦੇ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ ਸਾਰੇ ਬਾਰਡਰਾਂ ਤੇ। ਤਾਂ ਇੱਕ ਬਾਰਡਰ ਤੇ ਜਿੱਥੇ ਕਿ ਟੈਂਟ ਦੇ ਵਿੱਚ ਪੰਜਾਬ ਦੀਆਂ ਧੀਆਂ ਭੈਣਾਂ ਬੈਠੀਆਂ ਸਨ, ਤਾਂ ਇਹਨਾਂ ਕਿਰਾਏ ਦੇ ਹਮਲਾਵਰਾਂ ਵੱਲੋਂ ਉਸ ਟੈਂਟ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪੰਜਾਬ ਦਾ ਮਾਣ ਮੱਤਾ ਅਤੇ ਯੋਧਿਆਂ ਦਾ ਇਤਿਹਾਸ ਕਲੰਕਿਤ ਹੋਣ ਤੋਂ ਬਚਾਉਣ ਦੇ ਲਈ ਰਣਜੀਤ ਸਿੰਘ ਸਾਹਮਣੇ ਆਇਆ, ਜਿਹਨੇ ਕਿ ਡਟ ਕੇ ਇਹਨਾਂ ਹਮਲਾਵਰਾਂ ਦਾ ਜਿੱਥੇ ਵਿਰੋਧ ਕੀਤਾ ਉੱਥੇ ਇਹਨਾਂ ਨੂੰ ਰੋਕਿਆ ਵੀ। ਪਰ ਦੋਸਤੋ ਦਿੱਲੀ ਪੁਲਿਸ ਨੇ ਉਹਨਾਂ ਹਮਲਾਵਰਾਂ ਨੂੰ ਰੋਕਣ ਦੀ ਥਾਂ ਤੇ ਰਣਜੀਤ ਸਿੰਘ ਦੀ ਹੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ, ਜਿਸ ਦੀਆਂ ਵਾਇਰਲ ਹੋਈਆਂ ਤਸਵੀਰਾਂ ਹਾਮੀ ਭਰਦੀਆਂ ਨੇ, ਜਿਸ ਦੇ ਵਿੱਚ ਕਿਸ ਤਰ੍ਹਾਂ ਉਹਦੇ ਕੇਸਾਂ ਅਤੇ ਮੂੰਹ ਤੇ ਬੂਟ ਰੱਖਿਆ ਗਿਆ ਪੁਲਿਸ ਵੱਲੋਂ। ਪਰ ਇਹਨਾਂ ਤਸਵੀਰਾਂ ਤੋਂ ਬਾਅਦ ਇੱਥੇ ਹੀ ਬਸ ਨਹੀਂ, ਰਣਜੀਤ ਸਿੰਘ ਤੇ ਤਸ਼ੱਦਦ ਹੋਰ ਵੀ ਜ਼ਿਆਦਾ ਕੀਤਾ ਗਿਆ ਜਦੋਂ ਉਹਨੂੰ ਸੰਗੀਨ ਧਾਰਾਵਾਂ ਲਗਾ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਰਣਜੀਤ ਸਿੰਘ ਦੀ ਜ਼ਮਾਨਤ ਹੋ ਗਈ ਹੈ, ਜੋ ਕਿ ਕੁਝ ਦੇਰ ਬਾਅਦ ਜੇਲ੍ਹ ਤੋਂ ਬਾਹਰ ਵੀ ਆਉਣ ਵਾਲਾ ਹੈ। ਉਹਨਾਂ ਦੇ ਜੇਲ੍ਹ ਦੇ ਬਾਹਰ ਆਉਣ ਦੀ ਲਾਈਵ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਇਸ ਲਾਈਵ ਵੀਡੀਓ ਵੱਲ, ਜਿੱਥੇ ਕਿ ਉਹਨਾਂ ਨੇ ਕੁਝ ਖਾਸ ਗੱਲਾਂ ਬਾਤਾਂ ਦੱਸੀਆਂ ਨੇ ਤੇ ਰਣਜੀਤ ਸਿੰਘ ਦੀ ਜ਼ਮਾਨਤ ਬਾਰੇ ਜੁੜੀਆਂ ਹੋਈਆਂ ਕੁਝ ਹੋਰ ਵੀ ਵੱਡੀਆਂ ਗੱਲਾਂ ਸਾਹਮਣੇ ਰੱਖੀਆਂ ਨੇ। ਤੇ ਦੋਸਤੋ ਇਸ ਵੀਡੀਓ ਤੋਂ ਬਾਅਦ ਇੱਕ ਹੋਰ ਵੀ ਵੱਡਾ ਅਪਡੇਟ ਤੁਹਾਡੇ ਲਈ ਅੱਗੇ ਆ, ਇਸ ਲਈ ਤੁਸੀਂ ਲਗਾਤਾਰ ਵੀਡੀਓ ਦੇ ਨਾਲ ਬਣੇ ਰਹਿਣਾ, ਕਿਉਂਕਿ ਉਸ ਅਪਡੇਟ ਦੇ ਵਿੱਚ ਜਿੱਥੇ ਮੋਦੀ ਸਰਕਾਰ ਦੀ ਇੱਕ ਤਰੀਕੇ ਦੇ ਨਾਲ ਬੋਲਤੀ ਬੰਦ ਕੀਤੀ ਗਈ ਹੈ ਪੰਜਾਬ ਦੇ ਇੱਕ ਮਿਨਿਸਟਰ ਦੁਆਰਾ, ਜਿਸ ਦਾ ਕਿ ਟਾਈਮ ਪੂਰਾ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਜੋ ਗੱਲਬਾਤ ਸੀ ਉਸ ਨੂੰ ਰੋਕ ਦਿੱਤਾ ਗਿਆ, ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਮੋਦੀ ਸਰਕਾਰ ਕਿੰਨਾ ਡਰ ਚੁੱਕੀ ਹੈ। ਸੋ ਪਹਿਲਾਂ ਤੁਸੀਂ ਝਲਕ ਮਾਰੋ ਮਨਜਿੰਦਰ ਸਿੰਘ ਸਿਰਸਾ ਜੀ ਦੀ ਇਸ ਵੀਡੀਓ ਕਲਿੱਪ ਤੇ, ਜਿਸ ਤੋਂ ਬਾਅਦ ਹੋਰ ਅਪਡੇਟ ਤੁਹਾਡੇ ਨਾਲ ਇਸ ਤੋਂ ਬਾਅਦ ਸ਼ੇਅਰ ਕਰਦੇ ਹਾਂ। ਬਣੇ ਰਹਿਣਾ ਲਗਾਤਾਰ ਵੀਡੀਓ ਦੇ ਨਾਲ। ਬਹੁਤ ਬਹੁਤ ਸਾਰੇ ਦੁਨੀਆ ਭਰ ਚ ਵਸਦੇ ਲੋਕਾਂ ਨੂੰ ਵਧਾਈ 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 ਇਸ ਕਰਕੇ ਕਿਉਂਕਿ ਅੱਜ ਸਰਦਾਰ ਰਣਜੀਤ ਸਿੰਘ, ਜਿਸ ਤੇ ਪੁਲਿਸ ਨੇ ਬੜੀ ਤਸ਼ੱਦਦ ਢਾਈ, ਜਿਸ ਨੂੰ ਪਬਲਿਕਲੀ ਤੁਸੀਂ ਦੇਖਿਆ ਕਿਸ ਤਰ੍ਹਾਂ ਕੁੱਟਿਆ ਮਾਰਿਆ, ਉਸ ਦੇ ਉੱਤੇ ਹਰ ਤਰ੍ਹਾਂ ਦੀ ਤਸ਼ੱਦਦ ਢਾਈ ਔਰ ਫਿਰ ਉਸ ਨੂੰ 307 ਵਰਗੀਆਂ ਧਾਰਾਵਾਂ ਦੇ ਤਹਿਤ ਅੰਦਰ ਬੰਦ ਕਰ ਦਿੱਤਾ। ਅੱਜ ਗੁਰੂ ਸਾਹਿਬ ਦੀ ਰਹਿਮਤ ਬਖਸ਼ੀ ਸਦਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਬੜੀ ਵੱਡੀ ਜਿੱਤ ਮਿਲੀ ਆ। ਇੱਥੇ ਰਣਜੀਤ ਸਿੰਘ ਦੀ ਹੁਣੇ ਹੁਣੇ ਜ਼ਮਾਨਤ ਹੋਈ ਆ, ਉਹ ਬਹੁਤ ਜਲਦੀ ਜੇਲ੍ਹ ਤੋਂ ਬਾਹਰ ਆ ਰਿਹਾ ਹੈ। ਉੱਥੇ ਮੈਂ ਸਾਰੇ ਸਾਡੇ ਵਕੀਲ ਸਾਹਿਬਾਨਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ, ਕਿਉਂਕਿ ਅਸੀਂ ਦੱਸ ਨਹੀਂ ਰਹੇ ਸੀ ਕਿਸੇ ਨੂੰ। ਉਹਦੀ ਬੇਲ ਰਿਜੈਕਟ ਹੋਈ ਪਹਿਲਾਂ। ਅਸੀਂ ਇਹ ਜਾਣਕਾਰੀ ਨਹੀਂ ਆਉਣ ਦਿੱਤੀ ਕਿਉਂਕਿ ਸਾਰੇ ਡਿਮੋਰਲਾਈਜ਼ ਹੋ ਜਾਣੇ ਸੀ, ਮਨੋਬਲ ਟੁੱਟ ਜਾਂਦਾ ਹੈ। ਪਰ ਅਸੀਂ ਸੈਚਰਡੇ ਨੂੰ ਰਿਜੈਕਟ ਹੋਈ, ਮੰਡੇ ਨੂੰ ਕੱਲ ਹੀ ਦੁਬਾਰਾ ਲਾ ਕੇ ਔਰ ਅੱਜ ਹੀਅਰਿੰਗ ਕਰਾਈ ਔਰ ਗੁਰੂ ਸਾਹਿਬ ਦੀ ਕਿਰਪਾ ਹੋਈ। ਰਣਜੀਤ ਸਿੰਘ ਬੜੀ ਚੜ੍ਹਦੀ ਕਲਾ 'ਚ ਆ ਔਰ ਥੋੜੀ ਦੇਰ ਬਾਅਦ ਅਸੀਂ ਨੂੰ ਜੇਲ੍ਹ ਤੋਂ ਲੈਣ ਜਾਵਾਂਗੇ। ਸੋ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਸਾਡੇ ਉਹਨਾਂ ਦੇ ਭਰਾ ਸਾਡੇ ਨਾਲ ਪ੍ਰਦੀਪ ਜੀ, ਜਿਸ ਦਿਨ ਦਾ ਵਾਕਿਆ ਖੜਾ ਹੋਇਆ
ਭਾਵੇਂ ਭਰਾ ਹੈ ਫਰਜ਼ ਆ, ਪਰ ਇੱਕ ਦਿਨ ਵੀ ਪ੍ਰਦੀਪ ਨੇ ਇੱਥੋਂ ਬਾਹਰ ਇਸ ਕਮਰੇ ਚੋਂ ਨਹੀਂ ਰੱਖਿਆ। ਹਰ ਵੇਲੇ ਇੱਥੇ ਰਹਿਣਾ ਵਕੀਲਾਂ ਦੇ ਕੋਲ, ਭਰਾ ਨੂੰ ਮਿਲ ਕੇ ਆਉਣਾ, ਔਰ ਉਹਨਾਂ ਦੇ ਚਾਚਾ ਜੀ ਸਰਦਾਰ ਸਤਨਾਮ ਸਿੰਘ ਜੀ। ਸੋ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਮੀਤ ਸਿੰਘ ਜੀ ਨੂੰ ਬੇਨਤੀ ਕਰੂੰਗਾ, ਇੱਕ ਸਰੋਪਾ ਹੋ ਸਰਦਾਰ ਸਿੰਘ ਜੀ ਨੂੰ। ਬੋਲੇ ਸੋ ਨਿਹਾਲ। ਜਗਦੀਪ ਜੀ ਨੂੰ ਬੇਨਤੀ, ਜਗਦੀਪ ਜੀ ਦਿਓ ਇੱਕ। ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰੂੰਗਾ, ਸਾਡੇ ਐਡਵੋਕੇਟ ਕਈ ਨਹੀਂ ਪਹੁੰਚੇ, ਪਰ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਸਰਦਾਰ RS ਚੀਮਾ ਸਾਹਿਬ ਦਾ। ਉਹਨਾਂ ਨੇ ਸਾਨੂੰ ਸਾਰਾ ਗਾਈਡ ਕੀਤਾ, ਇੱਕ ਚੀਜ਼ ਉਹਨਾਂ ਨੇ ਸਾਨੂੰ ਬਣਾ ਕੇ ਦਿੱਤੀ। ਉਹਨਾਂ ਦੇ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦੇ ਬੇਲ ਦੇ ਅੰਦਰ। ਔਰ ਮੈਂ ਨਾਲ ਹੀ ਚਾਹਰ ਸਾਹਿਬ ਜਿਹੜੇ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ, ਔਰ ਵੋਲੰਟਰਲੀ ਪ੍ਰੋ ਬੋਨੋ ਬਿਨਾਂ ਕਿਸੇ ਲਾਲਚ ਦੇ ਆਪਣੇ ਹੋਰ ਦੋਸਤਾਂ ਨੂੰ ਨਾਲ ਲੈ ਕੇ ਹਮੇਸ਼ਾ ਕੋਰਟ ਸਾਡੇ ਲਈ ਪੇਸ਼ ਹੁੰਦੇ ਨੇ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ। ਸਰਦਾਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ ਨੂੰ ਬੇਨਤੀ ਕਰਦਾ ਅੱਗੇ ਹੋਂ। ਹਰਮੀਤ ਜੀ ਸਰੋਪਾ ਦੇਖ ਕੇ ਸਾਡੇ ਐਡਵੋਕੇਟ। ਬੋਲੇ ਸੋ ਨਿਹਾਲ। ਸਰਦਾਰ ਜਸਦੀਪ ਸਿੰਘ ਜੀ ਢਿੱਲੋਂ ਸਾਹਿਬ, ਬਹੁਤ ਵੱਡਾ ਯੋਗਦਾਨ ਇਹਨਾਂ ਦਾ ਵੀ ਬੇਲ ਦੇ ਅੰਦਰ। ਬੋਲੇ ਸੋ ਨਿਹਾਲ। ਸਰਦਾਰ ਗੁਰਿੰਦਰ ਸਿੰਘ ਸੰਧੂ ਜੀ, ਸੰਧੂ ਸਾਹਿਬ ਅੱਗੇ ਆਓ ਤੁਸੀਂ ਵੀ। ਸਾਡੀ ਭੈਣ ਬੀਬੀ ਰਵਿੰਦਰ ਕੌਰ ਜੀ, ਜਿਹੜੇ ਸਾਰਾ ਦਿਨ ਇੱਥੇ ਬੈਠ ਕੇ ਸਾਰੀਆਂ ਬੇਲ ਐਪਲੀਕੇਸ਼ਨ। ਸ੍ਰੀ ਮੈਂ ਬੇਨਤੀ ਕਰਦਾ ਜਗਦੀਪ ਸਿੰਘ ਕਾਲੋਂ ਜੀ ਨੂੰ ਦੇਣਗੇ ਸਰੋਪਾ, ਇਹਨਾਂ ਨੂੰ ਭੈਣ ਜੀ ਨੂੰ ਦਿਓ। ਬੋਲੇ ਸੋ ਨਿਹਾਲ। ਮੈਂ ਪ੍ਰਤੀਕ ਕੋਹਲੀ ਜੀ ਜੀ ਤੇ ਸੰਕਲਪ ਕੋਹਲੀ ਜੀ ਨੂੰ ਵੀ ਦੋਵਾਂ ਨੂੰ ਬੇਨਤੀ ਕਰਦਾ ਅੱਗੇ ਆਉਣ। ਸੋ ਸਾਡੇ ਦਿਓ ਜੀ ਹਰਮੀਤ ਜੀ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ। ਅੱਜ ਆਪ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ। ਸਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਆਫਿਸ ਬੀਰਰ ਸਾਹਿਬ ਦਾ ਸਰਦਾਰ ਹਰਮੀਤ ਸਿੰਘ ਕਾਲਕਾ, ਸਾਡੇ ਲੀਗਲ ਦੇ ਚੇਅਰਮੈਨ ਸਰਦਾਰ ਜਗਦੀਪ ਸਿੰਘ ਜੀ ਕਾਲੋਂ, ਸਾਰਿਆਂ ਨੇ ਜਿਸ ਤਰੀਕੇ ਇੰਨੀ ਵੱਡੀ ਮੁਸ਼ੱਕਤ ਕਰਕੇ ਇਸ ਲੜਾਈ ਨੂੰ ਲੜਿਆ। ਵੀਰੋ, ਅਸੀਂ ਤੁਹਾਨੂੰ ਵਿਸ਼ਵਾਸਨ ਦਵਾਇਆ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੋਈ ਹੈ। ਗੁਰੂ ਸਾਹਿਬ ਨੇ ਇੰਨੀ ਰਹਿਮਤ ਬਖਸ਼ਿਸ਼ ਕੀਤੀ ਆ। ਜਿੱਥੇ ਸਾਡਾ ਵੀਰ ਅੱਜ ਜੇਲ੍ਹ ਤੋਂ ਰਿਹਾ ਹੋ ਰਿਹਾ ਹੈ, ਉੱਥੇ ਅਸੀਂ ਇਹ ਵੀ ਇੰਸ਼ੋਰ ਕਰਾਂਗੇ ਕਿ ਉਸ ਦੇ ਜਿਨ੍ਹਾਂ ਨੇ ਉੱਤੇ ਤਸ਼ੱਦਦ ਕੀਤੀ ਸੀ, ਉਹਨਾਂ ਤੇ ਮੁਕੱਦਮਾ ਦਰਜ ਕਰਾ ਕੇ ਉਹਨਾਂ ਨੂੰ ਹੁਣ ਜੇਲ੍ਹਾਂ 'ਚ ਭੇਜਿਆ ਜਾਵੇ। ਹੁਣ ਵਾਰੀ ਉਹਨਾਂ ਦੀ ਸ਼ੁਰੂ ਹੋ ਗਈ ਆ ਜਿਨ੍ਹਾਂ ਨੇ ਸਾਡੇ ਵੀਰ ਦੇ ਉੱਤੇ ਹੱਥ ਚੁੱਕਿਆ ਸੀ। ਸੋ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਬਹੁਤ ਬਹੁਤ ਵਧਾਈ। ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਆਪਾਂ ਰਹੀਏ, ਇਕਜੁੱਟ ਰਹੀਏ, ਔਰ ਜਿਹੜੇ ਲੋਕ ਸਾਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ, ਸਾਡੇ ਅੰਦਰ ਬਹਿ ਕੇ ਸਾਡੇ ਲੋਕਾਂ ਦਾ ਨੁਕਸਾਨ ਕਰਨਾ ਚਾਹੁੰਦੇ ਆ, ਉਹਨਾਂ ਤੋਂ ਵੀ ਸੁਚੇਤ ਹੋਈਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਕਈ ਵਧਾਈ ਦਾ ਦਿਨ। ਜਿਸ ਤਰੀਕੇ ਦੇ ਨਾਲ ਸਮੁੱਚੀ ਕੌਮ ਦੀ ਅਰਦਾਸਾਂ ਰਹੀਆਂ, ਉਸ ਨੌਜਵਾਨ ਵੀਰ ਵਿਸੇ ਜਿਨੇ ਬਹੁਤ ਵੱਡੀ ਲੜਾਈ ਲੜੀ, ਔਰ 26 ਜਨਵਰੀ ਨਾਲ ਪੁਲਿਸ ਨੇ ਤਸ਼ੱਦਦ ਢਾਂਦੇ ਹੋਏ ਸਰਦਾਰ ਰਣਜੀਤ ਸਿੰਘ ਨੂੰ ਅੰਦਰ ਕੀਤਾ ਸੀ। ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਕੁੱਟਮਾਰ ਕੀਤੀ, ਉਸ ਨੌਜਵਾਨ ਵੀਰ ਨੂੰ ਬੁਰੀ ਤਰੀਕੇ ਦੇ ਨਾਲ ਘਾਇਲ ਕਰਦੇ ਹੋਏ ਜੇਲ੍ਹਾਂ ਦੇ ਵਿੱਚ ਬੰਦ ਕੀਤਾ, ਔਰ ਉਹੋ ਜਿਹੀਆਂ ਧਾਰਾਂ ਲਾਈਆਂ ਜਿਹੜੀਆਂ 8-8 10-10 ਸਾਲ ਨਹੀਂ ਛੁੱਟ ਸਕਦਾ ਸੀ। ਮਗਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਚੀ ਟੀਮ ਨੇ, ਸਾਡੀ ਲੀਗਲ ਟੀਮ ਨੇ ਜਿਸ ਤਰੀਕੇ ਦੇ ਨਾਲ ਮਿਹਨਤ ਕਰਕੇ ਅੱਜ ਉਹਨੂੰ ਛੁਡਾਇਆ, ਅੱਜ ਉਹਨਾਂ ਦੀ ਜ਼ਮਾਨਤ ਹੋਈ ਹੈ। ਮੈਂ ਸਮੂਚੀ ਟੀਮ ਦਾ ਧੰਨਵਾਦ ਕਰਦਾ। ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਜਿਹੜੇ ਦਿਨ ਰਾਤ ਖੁਦ ਇਹਨੂੰ ਪੈਰਵੀ ਕਰ ਰਹੇ ਕੇਸਾਂ ਦੀ, ਸਰਦਾਰ ਜਗਦੀਪ ਸਿੰਘ ਜੀ ਕਾਲੋ, ਸਾਡੀ ਸਮੂਚੀ ਟੀਮ, ਸਰਦਾਰ ਅਮਰਜੀਤ ਸਿੰਘ ਜੀ ਪਿੰਕੀ ਜੀ ਇੱਥੇ ਖੜੇ ਆ। ਸਮੂਚੀ ਟੀਮ ਇਹਨਾਂ ਨੇ ਜਿਹੜਾ ਦਿਨ ਰਾਤ ਕਰਕੇ ਆਪਣੇ ਨੌਜਵਾਨ ਵੀਰਾਂ ਦੇ ਨਾਲ ਖੜੀ ਹੈ, ਔਰ 1.5 ਮਹੀਨੇ ਦੇ ਅੰਦਰ ਅੰਦਰ ਉਹਨੂੰ ਬਾਹਰ ਲੈ ਕੇ ਆਣਾ, ਮੈਂ ਸਮਝਦਾ ਬਹੁਤ ਵੱਡਾ ਇੱਕ ਮਾਈਲਸਟੋਨ ਅਚੀਵ ਕੀਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਸੋ ਸਮੁੱਚੀ ਕੌਮ ਨੂੰ ਵਧਾਈ ਦਿੰਦੇ ਹਾਂ ਔਰ ਧੰਨਵਾਦ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਤੁਸੀਂ ਸਾਡੇ ਤੇ ਵਿਸ਼ਵਾਸ ਰੱਖਿਆ, ਅਸੀਂ ਆਪਣੇ ਮਕਸਦ ਦੇ ਉੱਤੇ, ਇਹਨਾਂ ਕੰਮਾਂ ਦੇ ਉੱਤੇ ਪੂਰੇ ਉਤਰ ਰਹੇ ਹਾਂ। ਅਸੀਂ ਕਰਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਨਜਿੰਦਰ ਸਿੰਘ ਸਿਰਸਾ ਜੀ, ਜੋ ਕਿ ਪਹਿਲੇ ਦਿਨ ਤੋਂ ਹੀ, ਜਿਸ ਦਿਨ ਦਾ ਪੁਲਿਸ ਦਾ ਤਸ਼ੱਦਦ ਨੌਜਵਾਨਾਂ ਤੇ ਕਿਸਾਨਾਂ ਤੇ ਢਹਿ ਰਿਹਾ ਹੈ, ਜੋ ਕਿ ਪੁਲਿਸ ਗ੍ਰਿਫਤਾਰ ਕਰ ਰਹੀ ਹੈ, ਉਸੇ ਦਿਨ ਤੋਂ ਹੀ ਲਗਾਤਾਰ ਨੌਜਵਾਨਾਂ ਦੀਆਂ ਤੇ ਕਿਸਾਨਾਂ ਦੀਆਂ ਜ਼ਮਾਨਤਾਂ ਕਰਵਾਉਣ ਦਾ ਪੂਰਾ ਪ੍ਰਯਾਸ ਕਰ ਰਹੇ ਨੇ। ਜਿਨ੍ਹਾਂ ਨੇ ਕਿ ਰਣਜੀਤ ਸਿੰਘ ਦੀ ਜ਼ਮਾਨਤ ਦੀ ਜਿੱਥੇ ਖੁਸ਼ਖਬਰੀ ਦਿੱਤੀ ਹੈ, ਉੱਥੇ ਇਹ ਵੀ ਦੱਸਿਆ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਰਣਜੀਤ ਸਿੰਘ ਤੇ ਹਮਲਾ ਕੀਤਾ ਸੀ, ਉਹਨਾਂ ਦੀ ਹੁਣ ਖੈਰ ਨਹੀਂ, ਉਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਤੇ ਦੋਸਤੋ, ਹੁਣ ਤੁਹਾਨੂੰ ਲੈ ਚੱਲਦੇ ਹਾਂ ਲੋਕ ਸਭਾ ਦੇ ਸਾਹਮਣੇ ਆਈ ਇੱਕ ਵੀਡੀਓ ਵੱਲ, ਜਿੱਥੇ ਕਿ ਪ੍ਰਤਾਪ ਸਿੰਘ ਬਾਜਵਾ ਦੁਆਰਾ ਮੋਦੀ ਸਰਕਾਰ ਦੀ ਬੋਲਤੀ ਬੰਦ
कर ਦਿੱਤੀ ਗਈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਜੋ ਸਮਾਂ ਦਿੱਤਾ ਗਿਆ ਸੀ ਬੋਲਣ ਦੇ ਲਈ, ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਦਿੱਤਾ ਗਿਆ, ਜਿਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪ੍ਰਤਾਪ ਸਿੰਘ ਬਾਜਵਾ ਦੀਆਂ ਇਹ ਗੱਲਾਂ ਕਿੰਨੀਆਂ ਜ਼ਿਆਦਾ ਚੁਭੀਆਂ ਹੋਣਗੀਆਂ ਸਰਕਾਰ ਦੇ ਇਹਨਾਂ ਮੰਤਰੀਆਂ ਨੂੰ। ਅਜਿਹੀਆਂ ਕੀ ਗੱਲਾਂ ਕੀਤੀਆਂ ਪ੍ਰਤਾਪ ਸਿੰਘ ਬਾਜਵਾ ਨੇ ਜੋ ਕਿ ਮੋਦੀ ਸਰਕਾਰ ਤੋਂ ਸੁਣੀਆਂ ਨਹੀਂ ਗਈਆਂ, ਆਓ ਤੁਸੀਂ ਆਪ ही सुन लवो उन्हां दी इस वीडियो दे विच। तो श्री प्रताप सिंह बाजवा जी, आपको अपना पार्टी ने 13 मिनट का टाइम दिया, तो कृपया, नहीं मेरा सामने जो है उसी, कृपया उसको फॉलो करिए। बाकी शक्ति सिंह गोयल जी है, अखिलेश प्रसाद सिंह है, अहमद पटेल जी का वगैरह नाम है इसलिए। मेहरबानी चेयरमैन साहब, सबसे पहले मैं अपनी पार्टी इंडियन नेशनल कांग्रेस की लीडरशिप का मशकूर हूं कि उन्होंने किसान के बेटे को पंजाब से मौका दिया है हिंदुस्तान और विशेष तौर पंजाब और हरियाणा के किसानों को। Once again my appeal is please follow the time. सर, सरकारें तमाम उम्र यही भूल करती रही, धूल उनके चेहरे पे थी, वो आईना ही साफ करती रही। तो ये जो बिल अब आया है, जो तोमर साहब लेकर आए हैं, ये सारा किसान जगत जितना है और विशेष तौर जो किसान पंजाब और हरियाणा के हैं वो ये समझते हैं कि ये किसानों की आत्मा पर एक बहुत बड़ा एक अटैक है। सर, जिस्म पर तो घाव हो जाए उनका वो तो भर जाते हैं, मगर अगर आत्मा पर घाव हो उनको भरने में बहुत वक्त लगता है। तो मैं ये कहना चाहता हूं कि ये जितने बिल आज लेकर आए हैं ये कंप्लीटली इल कंसीव्ड हैं, इल टाइम्ड हैं और कांग्रेस पार्टी इनको सीधे रूप से रिजेक्ट करती है। ये जो है ये हिंदुस्तान और विशेष तौर पंजाब, हरियाणा और वेस्टर्न यूपी के जिम्मेदारों के खिलाफ है। मैं ये कहना चाहता हूं किसान का बेटा होने की कि हम ये किसानों के डेथ वारंट्स पर किसी हाल में साइन करने को तैयार नहीं। सर, एग्रीकल्चर और मार्केट जो है ये स्टेट सब्जेक्ट्स हैं शेड्यूल 7 के नीचे कॉन्स्टिट्यूशन, और ये प्रेजेंट ऑर्डिनेंस और बिल्स जो हैं ये जो फेडरल कोऑपरेटिव हमारा स्पिरिट है इसके खिलाफ है। फर्दर हम ये बिल्कुल नहीं चाहते कि एपीएमसी और मिनिमम सपोर्ट प्राइस जो है वो टिंकर की जाए। तो मैं आज ये कहना चाहता हूं सर, एक तरफ मुझे हैरानी हुई कि इस वक्त पर ये बिल्स को लाने की जरूरत क्या थी। 1 लाख हिंदुस्तानी आज रोज कोरोना से जूझ रहे हैं। चीन एक तरफ बॉर्डर पर इट्स ब्रीदिंग डाउन योर नेक। हैरानी की बात है 73 साल जहां ये बिल्स की जरूरत नहीं पड़ी, जब पार्लियामेंट इन ऑपरेशन नहीं था, ये बिल्कुल लाने की जरूरत क्या थी। और तोमर साहब, मैं आपको कहना चाहता हूं, आपने बहुत दलील अपील दी, हम बहुत आपकी भी कदर करते हैं, आप नेक आदमी। प्रधानमंत्री जी भी की बहुत इज्जत और कदर करते हैं। प्रधानमंत्री जी ने एक दफा भी पार्लियामेंट में आकर यह स्टेटमेंट नहीं दिया कि जो किसानों के खदशे हैं वो मैं दूर करूं। ये आपने तब ये स्टेटमेंट दी, प्रधानमंत्री जी से स्टेटमेंट दिलाई जब आपके खुद के अलायंस पार्टनर और जो सबसे पुराने अलायंस पार्टनर अकाली दल वाले, जो एक किसानों की पार्टी किसी टाइम थी अब तो नहीं है, जब उन्होंने बाहर आकर यह बात कही और फ्लोर ऑफ द हाउस लोकसभा में सुखबीर सिंह बादल ने कहा कि 3 महीने से हम इनकी वकालत करते रहे और ये गवर्नमेंट हमारी बात सुनने को तैयार नहीं, और हर बीबी सरदारनी हरसिमरत कौर बादल ने इस्तीफा दे दिया। आप बताएं किसान आपकी बात कैसे मानेंगे? हम मानने को तो तैयार ही नहीं है, और जिनको आप ये फायदा देना चाहते हो भाई वो तो हाथ खड़े कर आगे आगे आपके भाग रहे हैं, हमने ये फायदा नहीं लेना। आप धक्के से कह रहे हो ये आइसक्रीम खिलानी है, वो कह रहे हैं ये आइसक्रीम खिलाने से हमारा गला खराब हो जाएगा। वो ये फायदा लेना नहीं चाहते पंजाब हरियाणा और के बाकी किसान, आप कह रहे हो हमने धक्के से फायदा देना है। बाजवा जी कृपया मास्क पहन ले, मास्क। सर किसानों को मास्क पहन ले, माननीय चेयरमैन साहब ने कह रखा है, प्लीज। अच्छा प्लीज। हाँ बिल्कुल, सबके लिए। अच्छा चलो सर, लेट्स नॉट वेस्ट आवर टाइम, ये भी मैं कर लूंगा। प्लीज। बात ऐसे है, किसानों के दिलो दिमाग में ये बात पक्की फंस चुकी है। हिंदुस्तान का किसान सर अब अनपढ़ नहीं रहा, पढ़ा लिखा है, उसके बच्चे पढ़े लिखे।
जानते हैं कि ये जो बिल आया है इसकी बेसिक वजह क्या है। वजह एक ही है, 2015 में इनके मुख्यमंत्री थे शांता कुमार जी, बीजेपी के चीफ मिनिस्टर रहे हैं हिमाचल प्रदेश की, नड्डा साहब की स्टेट की। वो जो कमेटी बनी उसमें यह बात कही गई कि ये जो फूड कॉर्पोरेशन ऑफ इंडिया है बहुत बड़े घाटे में जा रहा है और इसका क्या किया जाए, इस घाटे को कैसे हम पूरा करें। और तकरीबन हर साल 35 से 40 हजार करोड़ का घाटा है। और फूड कॉर्पोरेशन बेसिकली बनी है सर, टेलर मेड है। 56 साल से पंजाब, हरियाणा और वेस्टर्न यूपी को मिनिमम सपोर्ट प्राइस देकर हिंदुस्तान की सेंट्रल पूल में चावल और कनक लेने के लिए ये सारे एक फूड कॉर्पोरेशन ऑफ इंडिया बेसिकली बनी हुई थी। तो उनकी जो रिपोर्ट आई शांता कुमार जी की, उन्होंने ये बात कही कि ये जो एमएसपी है, मिनिमम सपोर्ट प्राइस, ये तो बस 6% किसान जो है हिंदुस्तान का इसको फायदा पहुंचाती है। ये बेसिकली पंजाब, हरियाणा और वेस्टर्न यूपी के किसानों को फायदा पहुंचाती है। आप इसको वाइंड अप कीजिए। अगर एफसीआई अब 4 लाख करोड़ का घाटा है, एफसीआई का 40,000 का हर साल का घाटा है। तो ये बेसिक, ये सारी स्ट्रेटेजी जो अब अडॉप्ट हुई है, इसको जैसे मर्जी आप पैकेजिंग कर लें सर, पैकेजिंग में आप माहर, सरकार माहर है। और मैं ये समझता हूं कि जो इनका कम्युनिकेशन है, जितना बेहतरीन कम्युनिकेशन इस गवर्नमेंट का है 73 साल में किसी सरकार का नहीं रहा। पर इसके अलावा भी कोई किसान आपकी बात मानने को तैयार नहीं। साहब प्रकाश सिंह बादल सबसे बड़े किसान लीडर, उन्होंने भी वकालत की। हरसिमरत ने भी वकालत की 3 महीने बिना फीस लिए हुए। साहब सुखबीर सिंह बादल ने वकालत की, फिर किसान नहीं माना, ना मानने वाला है, क्योंकि किसान को पता है बेसिकली ये मिनिमम सपोर्ट प्राइस खत्म करने का एक मंसूबा है। ऐसा सरकार बाहर निकलेगी, फिर अंबानी, अडानी और बड़े कॉर्पोरेट हाउसेज अंदर आएंगे। और यही हाल अमेरिका में हुआ है सर। आज 30% जहां कॉन्ट्रैक्ट की बात करते हो, 30% किसानों की जमीनें अमेरिका में ये कॉर्पोरेट हाउसेज ले गए। जिस दिन हमने अलाउ कर दिया पंजाब, हरियाणा और बाकी में, ये ऑलरेडी अडानी 100 एकड़ जगह लेकर अपने साइलोज मोगा में आ गया है। जैसे ईस्ट इंडिया कंपनी सर किसी दिन आई थी, ईस्ट इंडिया कंपनी ट्रेडिंग हाउस था, पहले वहां आई और फिर हिंदुस्तान पर काबज हुई। ऐसे ही गोवा में ये पोर्चुगीज आए ट्रेडिंग करने के लिए, बाद गोवा पर कब्जा कर लिया। ऐसे ही डच कॉलोनीज, ऐसे ही फ्रेंच कॉलोनीज, ऐसे ही जर्मन कॉलोनीज, वर्ल्ड ओवर ट्रेडिंग के हिसाब से निकली। ऐसी ही पैकेजिंग की कि हम किसान, सर जिसको आप फायदा पहुंचाना चाहते हो वो तो हाथ जोड़ रहे, सड़कों पर निकला हुआ लाखों की तादाद में। और मैं तोमर साहब को पूछना चाहता हूं, तोमर साहब, आपने स्टेक होल्डर 245 किसान जथेबंदियां हिंदुस्तान की, कभी उनसे बात की? आपने बात की बस अपने अलायंस पार्टनर से। और आपके अलायंस पार्टनर कैसे हैं? वो तो जब मौका आया आपकी मदद करने का भाग गए बोरी बिस्तरा उठाकर। तो मैं गुजारिश करना चाहता हूं, ये सारे 73 साल वेट करते रहे। अगर आपने कहीं कॉन्ट्रैक्ट बेसिस पर करना है तो पंजाब, हरियाणा तो नहीं चाहते। आप कृपा कीजिए, पहले आपका खुद का सूबा है गुजरात, वहां से ये शुरू करवा कर देख लीजिए। 5 साल वेट करते हैं, अगर वहां कामयाब हो जाते हैं, ये कॉर्पोरेट वर्ल्ड कामयाब होता है, वहां की ये रूपरेखा बदल देते हैं, तो आप कृपा कर वहां ले जाइए और फिर सारा देश भी उसको अडॉप्ट कर लेगा। सर 4000 करोड़ रुपया हमें सेस मिलता है, इसका जो हम कनक और राइस देते हैं इधर सेंट्रल पूल में। हर दफा ये कहते हो कि हम ये प्राइवेट मंडियों वाले आएंगे और सेस हटा देंगे। मैं पूछना चाहता हूं आपके तोमर साहब, जब मोदी साहब चीफ मिनिस्टर थे गुजरात के, क्या आप रॉयल्टी गुजरात वाले ओएनजीसी से लेते हो कि नहीं? आप जो तेल वहां गुजरात में मिलता है उसकी आप रॉयल्टी लेते हो, त्रिपुरा वाले लेते हैं, असम वाले लेते हैं रॉयल्टी। और पंजाब जो अपना पानी, एक सतलुज दरिया हर साल सर, हम ये जो चावल हिंदुस्तान के लिए उगाते हैं और बाहर भेजते हैं, एक सतलुज दरिया हर साल पंजाब अपना तबाह करता है। इनकी कीमत नहीं है। आते टाइम में पानी के बिना गुजारा नहीं, तेल के बिना तो गुजारा हो सकता। आती जंग जो होंगी, बड़ी महाजंग, वो पानी पर होगी, तेल पर नहीं होंगी। तो ये हमारी गुजारिश है, हमें मारिए मत। और सर पंजाब सारे का सारा 15 लाख पंजाब का किसान, 15 लाख हमारा खेत मजदूर, 32,000 हमारा जो कमीशन एजेंट है,
4 लाख हमारी लेबर है मंडियों में काम करती, 1 लाख हमारे ट्रक यूनियन वाले हैं। अब पंजाब और हरियाणा की तो कंप्लीट सारी इकोनॉमी जो है सर, वो तो बेस्ड ही इसी सेस पर है। 4,000 करोड़ से सर 75,000 किलोमीटर जो हमारी सड़कें हैं उसको ब्लैक टॉप पर करते हैं हर 6 साल के बाद। सारी नई मंडियां वहां से बनाते हैं, सारी पुरानी मंडियों की देखरेख वहां से करते हैं। हमारे गांव का जितना भी पंजाब की प्रोग्रेस हुई है ये रूरल डेवलपमेंट फंड से होती है। आप कहते हो कॉर्पोरेट हाउस आएंगे आपको फीस नहीं देंगे, वो भाई हमें फीस नहीं देंगे। 6,500 करोड़ रुपया सर हम हर साल किसानों को सब्सिडी देते हैं बिजली पर, पानी हमारा जा रहा है। तो आप कहते हो पैसा हम क्या बात, हम कोई फ्री पर लगे, ये कोई धर्मशाला तो है नहीं पंजाब की धरती। पानी अपना खत्म कर लिया। मैं बताना चाहता हूं सर, 1 मिनट इंतजार कीजिए। तो पंजाब के ब्लॉक्स हैं सर, 1 सेकंड जस्ट पंजाब में तकरीबन 134 ब्लॉक है पानी के। 105 में जो मीठा पानी था, पंजाब का सबसे बेहतरीन पानी देश में था, 105 ब्लैकिश हो गया। और मैं सारे हाउस को बताना चाहता हूं, देश को, कि इतनी बड़ी कीमत पंजाब के किसान ने दी है कि जो हम कॉटन का क्रॉप लगाते हैं मालवा में, जहां से बादल साहब आते हैं, वहां 15 स्प्रे होती है कॉटन क्रॉप पे। और एक बठिंडा से बीबी हरसिमरत कौर की कॉन्स्टिट्यूएंसी से ट्रेन चलती है बीकानेर को 326 किलोमीटर। उस ट्रेन का नाम है कैंसर एक्सप्रेस। वो जो पेस्टिसाइड हम इस्तेमाल करते हैं, हमारी हेल्थ गई सर, हमारा पानी गया, हमारी सॉइल का टेक्सचर खत्म हो गया। और आप कहते हो कि हमने ये प्राइवेट अदारे ले आने, वो आपको सेस नहीं देंगे। पंजाब गवर्नमेंट जाएगी कहां? और मैं ये बात हाउस को बताना चाहता हूं सर, जब देश की आजादी होने वाली थी, अंग्रेजों की कोशिश थी कि सिख जो है ये पाकिस्तान के साथ उस मुस्लिम स्टेट के साथ चले जाए। मास्टर तारा सिंह ने पंडित जवाहरलाल नेहरू जी की इंश्योरेंस पर कि हम आपका रिलीजियस, हम आपका इकोनॉमिक इंटरेस्ट, हम आपका पॉलिटिकल इंटरेस्ट और ये सारा कुछ हम सेफ रखेंगे, आप हिंदुस्तान में आए। हमने सभी कुछ जमीनें बेचकर, मैं 1 मिनट डिप्टी चेयरमैन साहब, जो वेस्टर्न पंजाब है, वहां जो आज पाकिस्तान का पंजाब है, वहां 14% सिखों की पॉपुलेशन थी, 44% हमारी जमीनें थी। आबाद जमीनें छोड़कर हम बेआबाद जमीनों में इस पंजाब ईस्ट पंजाब में आए। अब इनको आबाद किया, फिर हमें बर्बाद करने पर तुले हुए हो। 1,50,000 बच्चा पंजाब का हर साल कोई कनाडा, कोई अमेरिका, कोई यूरोपियन यूनियन, को ऑस्ट्रेलिया, को न्यूजीलैंड में जा रहे हैं। और हमारी एक पंजाबी यूनिवर्सिटी ने मैडम एक स्टडी करवाई, 25,000 करोड़ पिछले साल हिंदुस्तान का जो पैसा है पंजाब का जमीनें बेचकर हमारे लोग जो है बाहरले मुल्कों में जा रहे हैं। आप चाहते हो कि दूसरी दफा पंजाब का किसान और हमारे जितने बच्चे हैं ये हिंदुस्तान छोड़कर अब बाहरले मुल्कों में चले जाए? आप ऐसे हालात पैदा करने चाहते हो? ये बिल्कुल नहीं होगा। मैं गुजारिश करूंगा तोमर साहब, इसको बिल को अब जाने दीजिए। आपके तो खुद जो जागरण मंच है आरएसएस का, वो आपको सपोर्ट नहीं करना। आपका समय खत्म हो गया। धन्यवाद। हमारे चीफ मिनिस्टर ने खुद चिट्ठी लिखी है, ये उन्होंने चिट्ठी लिखी प्रधानमंत्री जी और रेजोल्यूशन मूव किया स्टेट असेंबली ने। ऑल पार्टी रेजोल्यूशन मूव हुआ कि ये हम ये किसानों के खिलाफ ये जितना बड़ा। धन्यवाद माननीय बाजवा जी। अब मैं दूसरे स्पीकर को बुला रहा हूँ, तो माननीय श्री भूपेंद्र यादव जी। ਸੋ ਦੋਸਤੋ, ਇਹ ਸਨ ਪ੍ਰਤਾਪ ਸਿੰਘ ਬਾਜਵਾ ਜੀ, ਜਿਨ੍ਹਾਂ ਦੀ ਤਕਰੀਰ ਸਰਕਾਰ ਤੋਂ ਸਹਿਨ ਨਾ ਹੋਈ ਅਤੇ ਉਹਨਾਂ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਉਹਨਾਂ ਤੋਂ ਬੋਲਣ ਦਾ ਸਮਾਂ ਵਾਪਸ ਲੈ ਲਿਆ ਗਿਆ। ਉੱਥੇ ਦੋਸਤੋ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਿਵੇਂ ਕਿ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਆਪਾਂ ਤੁਹਾਡੇ ਨਾਲ ਅਪਡੇਟ ਸਾਂਝਾ ਕੀਤਾ ਕਿ ਰਣਜੀਤ ਸਿੰਘ ਦੀ ਜ਼ਮਾਨਤ ਹੋ ਗਈ ਹੈ। ਉੱਥੇ ਦੋਸਤੋ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਦੀਪ ਸਿੱਧੂ ਦੀ ਵੀ ਜ਼ਮਾਨਤ ਬਹੁਤ ਜਲਦ ਹੋ ਸਕਦੀ ਹੈ, ਕਿਉਂਕਿ ਉਸ ਦੀ ਹੀਅਰਿੰਗ ਦੇ ਲਈ ਵੀ ਲਗਾਤਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਅੰਤ ਤੱਕ ਪ੍ਰਯਾਸ ਕੀਤੇ ਜਾ ਰਹੇ ਨੇ, ਜਿਸ ਦੇ ਬਾਰੇ ਕਿ ਮਨਜਿੰਦਰ ਸਿੰਘ ਸਿਰਸਾ ਜੀ ਪਹਿਲਾਂ ਵੀ ਦੱਸ ਚੁੱਕੇ ਨੇ ਅਤੇ ਕਿਸੇ ਵੀ ਸਮੇਂ ਦੀਪ ਸਿੱਧੂ ਦੀ ਵੀ ਜ਼ਮਾਨਤ ਹੋ ਸਕਦੀ ਹੈ। ਤੇ ਦੋਸਤੋ, ਨਾਲ ਹੀ ਦੀਪ ਸਿੱਧੂ ਨੇ ਕੱਲ ਜੇਲ੍ਹ ਤੋਂ ਇੱਕ ਚਿੱਠੀ ਵੀ ਭੇਜੀ ਸੀ, ਜਿਸ ਦੇ ਬਾਰੇ ਆਪਾਂ ਤੁਹਾਡੇ ਨਾਲ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਅਪਡੇਟ ਸਾਂਝਾ ਕੀਤਾ ਸੀ। ਜਿਹੜੇ ਦੋਸਤਾਂ ਨੇ ਉਹ ਵੀਡੀਓ ਨਹੀਂ ਦੇਖੀ, ਇਸ ਵੀਡੀਓ ਦੇ ਖਤਮ ਹੋਣ ਤੋਂ ਬਾਅਦ ਉਹ ਇਸ ਤੋਂ ਪਹਿਲੀ ਵੀਡੀਓ ਵੀ ਦੇਖ ਸਕਦੇ ਨੇ ਕਿ ਆਖਿਰ ਦੀਪ ਸਿੱਧੂ ਨੇ ਉਸ ਚਿੱਠੀ ਦੇ ਵਿੱਚ ਕੀ ਸੁਨੇਹਾ ਦਿੱਤਾ ਹੈ ਪੰਜਾਬੀਆਂ ਨੂੰ। ਤੇ ਦੋਸਤੋ, ਜੇਕਰ ਤੁਸੀਂ ਵੀ ਦੀਪ ਸਿੱਧੂ ਅਤੇ ਲੱਖਾ ਸਿਧਾਣੇ ਦੀ ਸਪੋਰਟ ਦੇ ਵਿੱਚ ਹੋ ਤਾਂ ਉਹਨਾਂ ਦੇ ਹੱਕ ਦੇ ਵਿੱਚ ਇੱਕ ਹੈਸ਼ਟੈਗ ਦੀ ਮੁਹਿੰਮ
ਚੱਲ ਰਹੀ ਹੈ #ਫ੍ਰੀ ਦੀਪ ਸਿੱਧੂ ਤੇ #ਵੀ ਸਪੋਰਟ ਲੱਖਾ ਸਦਾਣਾ। ਤੁਸੀਂ ਇਹਨਾਂ ਹੈਸ਼ਟੈਗਸ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਇਸ ਵੀਡੀਓ ਦੇ ਥੱਲੇ ਕਰਕੇ ਦੀਪ ਸਿੱਧੂ ਅਤੇ ਲੱਖਾ ਸਦਾਣਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਸਕਦੇ ਹੋ। ਤੇ ਦੋਸਤੋ ਇਸ ਦੇ ਨਾਲ ਹੀ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਫਿਲਹਾਲ ਇੰਨਾ ਹੀ। ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ। ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਅਪਡੇਟਸ, ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਹਰ ਇੱਕ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਲਿਮਟਿਡ ਗਿਆਨ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ। ਸੋ ਹੁਣ ਇੱਥੇ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।